हाँ जी, गुड मॉर्निंग टू ऑल। आई एम रमनदीप कौर, इंस्ट्रक्टर बेसिक कॉस्मेटोलॉजी फ्रॉम बाबा फरीद ITI ਭੁੱਚੋ। हाँ जी, ਅੱਜ ਅਸੀਂ ਇਸ ਵੀਡੀਓ ਦੇ ਵਿੱਚ ਹੇਅਰ ਰਿਮੂਵਲ ਮੈਥਡਸ ਬਾਰੇ ਗੱਲ ਕਰ ਰਹੇ ਹਾਂ। ਜਿਵੇਂ ਕਿ ਅਸੀਂ ਖਾਸ ਕਰਕੇ ਲੇਡੀਜ਼ ਦੇ ਜਿਹੜੇ ਵੀ ਸੁੰਦਰਤਾ ਦੇ ਵਿੱਚ ਰੁਕਾਵਟ ਪਾਉਣ ਵਾਲੇ ਜਿਹੜੇ ਅਨਵਾਂਟਡ ਹੇਅਰਸ ਨੂੰ ਅਸੀਂ ਰਿਮੂਵ ਕਰਨ ਲਈ ਕਾਫੀ ਤਰ੍ਹਾਂ ਦੇ ਮੈਥਡ ਯੂਜ਼ ਕਰਦੇ ਹਾਂ। ਅਸੀਂ ਉਹਨਾਂ ਬਾਰੇ ਅੱਜ ਗੱਲ ਕਰ ਰਹੇ ਹਾਂ। ਜਿਵੇਂ ਜਿਹੜੇ ਹੇਅਰ ਰਿਮੂਵਲ ਮੈਥਡ ਹੁੰਦੇ ਨੇ ਪਰਮਾਨੈਂਟ, ਟੈਂਪਰੇਰੀ ਐਂਡ ਜਾਂ ਜਿਵੇਂ ਬਲੀਚਿੰਗ ਦੇ ਤੌਰ 'ਤੇ ਅਸੀਂ ਛੁਪਾ ਲੈਂਦੇ ਹਾਂ ਵਾਲਾਂ ਨੂੰ। ਇਸ ਤਰ੍ਹਾਂ ਜਿਵੇਂ ਕਿ ਕੁਛ ਕੁ ਮੈਥਡ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਵਾਲ ਬਹੁਤ ਘੱਟ ਟਾਈਮ ਲੱਗਦਾ ਜਿਨ੍ਹਾਂ ਨੂੰ ਵਾਲਾਂ 'ਤੇ ਆਉਣ 'ਤੇ। ਐਂਡ ਕੁਛ ਕੁ ਸਾਡੇ ਜਿਹੜੇ ਮੈਥਡ ਇਹੋ ਜਿਹੇ ਹੁੰਦੇ ਜਿਨ੍ਹਾਂ ਨਾਲ ਅਸੀਂ ਟੈਂਪਰੇਰੀ ਵੀ ਆਪਣੇ ਜਿਹੜੇ ਹੇਅਰ ਆ ਉਹ ਮੂਵ ਕਰ ਸਕਦੇ ਹਾਂ। ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਸ਼ੇਵਿੰਗ, ਟਵੀਜ਼ਰ, ਡੈਪੀਲੇਟਰ, ਐਪੀਲੇਟਰ, ਥਰੈਡਿੰਗ ਜਾਂ ਸੁਗਰੈਨਿਕ ਜਾਂ ਇਸ ਤੋਂ ਇਲਾਵਾ ਹੋਰ ਵੀ ਕਈ ਤਰੀਕੇ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਆਪਣੇ ਵਾਲਾਂ ਨੂੰ ਰਿਮੂਵ ਕਰਦੇ ਹਾਂ। ਕਿਉਂਕਿ ਜਿਹੜੇ ਸਾਡੇ ਵਾਲ ਸੁੰਦਰਤਾ ਦੇ ਵਿੱਚ ਰੁਕਾਵਟ ਪਾਉਂਦੇ ਨੇ, ਜਿਨ੍ਹਾਂ ਨੂੰ ਅਸੀਂ ਅਨਵਾਂਟਡ ਹੇਅਰ ਕਹਿ ਦਿੰਦੇ ਹਾਂ ਜਾਂ ਅਣਚਾਹੇ ਵਾਲ ਹੁੰਦੇ ਨੇ, ਉਹਨਾਂ ਨੂੰ ਅਸੀਂ ਰਿਮੂਵ ਕਰਦੇ ਹਾਂ। ਖਾਸ ਕਰਕੇ ਜਿਵੇਂ ਅਸੀਂ ਆਈਬਰੋਜ਼ ਜਾਂ ਆਪਣੇ ਹੋਰ ਬੋਡੀ ਪਾਰਟਸ ਤੋਂ ਹੇਅਰ ਰਿਮੂਵ ਕਰਨ ਲਈ ਇਹਨਾਂ ਮੈਥਡ ਨੂੰ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਜਿਹੜੇ ਇਹ ਟੈਂਪਰੇਰੀ ਰਿਮੂਵਲ ਹੁੰਦੇ ਨੇ, ਜਿਹੜੇ ਪਰਮਾਨੈਂਟ ਹੇਅਰ ਰਿਮੂਵਲ ਮੈਥਡਸ ਉਹਨਾਂ ਦੇ ਵਿੱਚ ਜਿਵੇਂ ਕਿ ਲੇਜ਼ਰ ਟਰੀਟਮੈਂਟ ਆ ਜਾਂਦਾ, ਇਲੈਕਟ੍ਰੋਲਾਈਸਿਸ ਆ ਜਾਂਦਾ, ਜਿਨ੍ਹਾਂ ਦੁਆਰਾ ਕਿ ਵਾਲਾਂ ਨੂੰ ਪੱਕੇ ਤੌਰ 'ਤੇ ਜਾਂ ਪਰਮਾਨੈਂਟਲੀ ਰਿਮੂਵ ਕੀਤਾ ਜਾਂਦਾ ਹੈ। ਤਾਂ ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਦੋ ਤਰ੍ਹਾਂ ਦੇ ਮੈਥਡ ਨੂੰ ਨਾਮ ਦਿੰਦੇ ਹਾਂ, ਡੈਪੀਲੇਟਰ ਐਂਡ ਐਪੀਲੇਟਰ। ਜਿਹੜੇ ਡੈਪੀਲੇਟਰ ਮੈਥਡ ਹੁੰਦਾ ਤੁਸੀਂ ਦੇਖ ਰਹੇ ਹੋ, ਇਸ ਦੇ ਵਿੱਚ ਜਿਹੜੇ ਸਾਡੇ ਵਾਲ ਹੁੰਦੇ ਨੇ ਇਹਨਾਂ ਨੂੰ ਅਸੀਂ ਪਰਮਾਨੈਂਟਲੀ ਕਲੀਨ ਕਰ ਸਕਦੇ। ਜਿਹੜੇ ਐਪੀਲੇਸ਼ਨ ਦੇ ਵਿੱਚ ਜਿਵੇਂ ਕਿ ਅਸੀਂ ਥਰੈਡਿੰਗ, ਟਵੀਜ਼ਿੰਗ, ਪਲੱਕਿੰਗ ਵਗੈਰਾ ਯੂਜ਼ ਕਰਦੇ ਹਾਂ। ਤਾਂ ਡੈਪੀਲੇਟਰ ਦੇ ਵਿੱਚ ਜਿਵੇਂ ਹੇਅਰ ਰਿਮੂਵਲ ਕਰੀਮ ਆ ਜਾਂਦੀ ਹੈ, ਇਸ ਤੋਂ ਇਲਾਵਾ ਰੇਜ਼ਰ ਯੂਜ਼ ਕੀਤੀ ਜਾਂਦੀ ਹੈ। ਤਾਂ ਐਪੀਲੇਸ਼ਨ ਦੇ ਵਿੱਚ ਥਰੈਡਿੰਗ, ਟਵੀਜ਼ਿੰਗ, ਪਲੱਕਿੰਗ, ਵੈਕਸਿੰਗ, ਰੇਜ਼ਰ ਜਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਮੈਥਡ ਹੁੰਦੇ ਨੇ ਇਸ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਸਾਰੇ ਮੈਥਡਸ ਦੇ ਵਿੱਚੋਂ ਹੇਅਰ ਰਿਮੂਵਲ ਦੀ ਥਰੈਡਿੰਗ ਬਾਰੇ ਗੱਲ ਕਰਾਂਗੇ। ਜਿਵੇਂ ਕਿ ਅਸੀਂ ਆਪਣੇ ਆਈਬਰੋਜ਼ ਨੂੰ ਸਹੀ ਸ਼ੇਪ ਦੇਣ ਲਈ ਆਈਬਰੋਜ਼ ਕਰਵਾਉਣੇ ਆ, ਤਾਂ ਅਸੀਂ ਇਸ ਦੇ ਵੀਡੀਓਜ਼ ਦੇ ਵਿੱਚ ਆਈਬਰੋਜ਼ ਥਰੈਡਿੰਗ ਬਾਰੇ ਗੱਲ ਕਰਦੇ ਹਾਂ ਕਿ ਥਰੈਡਿੰਗ ਕੀ ਹੁੰਦੀ ਹੈ, ਕਿਵੇਂ ਸ਼ੁਰੂ ਹੋਈ, ਜਾਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ। ਤਾਂ ਇਸ ਦੇ ਪ੍ਰੋਸੈਸ ਬਾਰੇ ਵੀ ਤੁਹਾਨੂੰ ਦੱਸਾਂਗੇ ਐਂਡ ਇਸ ਵਿੱਚ ਯੂਜ਼ ਹੋਣ ਵਾਲਾ ਸਮਾਨ। ਥਰੈਡਿੰਗ ਕੀ ਹੁੰਦੀ ਹੈ? ਇਹ ਮੈਥਡ ਆਫ ਹੇਅਰ ਰਿਮੂਵਲ ਇਨ ਵਿਚ ਅਨਵਾਂਟਡ ਹੇਅਰ ਆਰ ਪਲੱਕਡ ਆਊਟ ਬਾਈ ਯੂਜ਼ਿੰਗ ਏ ਟਵਿਸਟਿੰਗ ਕਾਟਨ ਥਰੈਡ। ਇਹ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਇੱਕ ਥਰੈਡ ਦੁਆਰਾ ਵਾਲਾਂ ਨੂੰ ਜਾਂ ਮਤਲਬ ਜਿਹੜੇ ਐਕਸਟਰਾ ਹੇਅਰ ਰਿਮੂਵ ਕੀਤੇ ਜਾਂਦੇ ਨੇ, ਕਾਟਨ ਦੇ ਥਰੈਡ ਨਾਲ ਵਾਲਾਂ ਨੂੰ ਕੱਢਿਆ ਜਾਂਦਾ ਹੈ। ਇਸ ਨਾਲ ਅਸੀਂ ਮਤਲਬ ਜਿਹੜੀ ਆਪਣੀ ਆਈਬਰੋ ਹੁੰਦੀ ਹੈ ਉਸਨੂੰ ਸਹੀ ਸ਼ੇਪ ਦੇ ਸਕਦੇ ਹਾਂ। ਥਰੈਡਿੰਗ ਇੱਕ ਚਾਈਨੀਜ਼ ਕਲਾ ਹੈ ਜਿਸ ਦੇ ਵੀ ਨਾਲ ਮਤਲਬ ਕਿ ਅਸੀਂ ਆਪਣੇ ਜਿਹੜੇ ਆਈਬਰੋਜ਼ ਨੂੰ ਸਹੀ ਸ਼ੇਪ ਦੇ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਸਿਰਫ ਆਈਬਰੋਜ਼ ਬਣਾਉਣ ਤੋਂ ਬਿਨਾਂ ਆਈਬਰੋਜ਼ ਥਰੈਡਿੰਗ ਨੂੰ ਅਸੀਂ ਆਪਣੇ ਮਤਲਬ ਅੱਪਰ ਲਿਪਸ, ਫੋਰਹੈਡ, ਜਾ ਲਾਈਨ ਜਾਂ ਚਿੰਨ ਉੱਪਰ ਵੀ ਯੂਜ਼ ਕਰਦੇ ਹਾਂ। ਤਾਂ ਇਸ ਵਿੱਚ ਯੂਜ਼ ਹੋਣ ਵਾਲਾ ਸਮਾਨ ਐਂਡ ਪ੍ਰੀਕਾਸ਼ਨਸ ਬਾਰੇ ਤੁਹਾਨੂੰ ਅੱਗੇ ਦੱਸਾਂਗੇ। ਤਾਂ ਤੁਸੀਂ ਆਈਬਰੋਜ਼ ਦੇ ਵਿੱਚ ਸਹੀ ਸ਼ੇਪ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਦਾ ਫੇਸ਼ੀਅਲ ਸ਼ੇਪ ਬਾਰੇ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਵੱਖ-ਵੱਖ ਫੇਸ਼ੀਅਲ ਸ਼ੇਪ ਦੇ ਅਕੋਰਡਿੰਗ ਸਾਡੀ ਜਿਹੜੀ ਆਈਬਰੋ ਸ਼ੇਪ ਬਣਦੀ ਹੈ। ਬਾਕੀ ਇਹ ਕਿ ਸਾਡੀ ਜਿਹੜੀ ਇਹ ਸ਼ੇਪ ਹੁੰਦੀ ਹੈ, ਆਈਬਰੋ ਸ਼ੇਪ ਹੈ ਸਾਡੀ, ਸਾਡੇ ਫੇਸ 'ਤੇ ਵੀ ਡਿਪੈਂਡ ਕਰਦੀ ਹੈ, ਫੇਸ਼ੀਅਲ ਸ਼ੇਪ 'ਤੇ ਵੀ ਡਿਪੈਂਡ ਕਰਦੀ ਹੈ। ਇਸ ਤੋਂ ਬਿਨਾਂ ਸਾਡੀ ਨੈਚੁਰਲ ਗਰੋਥ 'ਤੇ ਵੀ ਡਿਪੈਂਡ ਕਰਦੀ ਹੈ ਕਿ ਸਾਡੀ ਜਿਹੜੀ ਨੈਚੁਰਲ ਗਰੋਥ ਹੈ ਉਹ ਸਾਡੀ ਹੈਵੀ ਹੈ ਜਾਂ ਬਹੁਤ ਘੱਟ ਗਰੋਥ ਹੈ। ਉਸ ਦੇ ਅਕੋਰਡਿੰਗ ਅਸੀਂ ਆਪਣੀ ਆਈਬਰੋ ਨੂੰ ਵਧੀਆ ਸ਼ੇਪ ਦੇ ਸਕਦੇ ਹਾਂ। ਉਸ ਤੋਂ ਬਿਨਾਂ ਜਿਵੇਂ ਤੁਸੀਂ ਇਹ ਦੇਖ ਰਹੇ ਹੋ, ਤੁਸੀਂ ਆਪਣੇ ਫੇਸ਼ੀਅਲ ਸ਼ੇਪ ਦੇ ਅਕੋਰਡਿੰਗ ਜਾਂ ਕਲਾਇੰਟ ਦੇ ਫੇਸ਼ੀਅਲ ਸ਼ੇਪ ਦੇ ਅਕੋਰਡਿੰਗ ਆਈਬਰੋ ਨੂੰ ਢੁਕਵਾਂ ਆਕਾਰ ਦੇ ਸਕਦੇ ਹੋ ਤਾਂ ਜੋ ਉਹਨਾਂ ਦੇ ਫੇਸ 'ਤੇ ਉਹ ਵਧੀਆ ਲੱਗੇਗੀ। ਤਾਂ ਤੁਸੀਂ ਤੁਹਾਨੂੰ ਇਹ ਸਾਰੇ ਫੇਸ਼ੀਅਲ ਸ਼ੇਪਸ ਬਾਰੇ, ਜਿਵੇਂ ਕਿ ਜਿਸ ਤਰ੍ਹਾਂ ਦੀ ਓਵਲ ਹੈ, ਰਾਊਂਡ ਹੈ, ਟ੍ਰਾਇੰਗੂਲਰ ਹੈ, ਡਾਇਮੰਡ ਹੈ, ਕਿਸੇ ਵੀ ਤਰ੍ਹਾਂ ਦਾ ਫੇਸ ਹੋਵੇ ਉਸ ਦੇ ਅਕੋਰਡਿੰਗ ਅਸੀਂ ਵੱਖ-ਵੱਖ ਤਰ੍ਹਾਂ ਦੀ ਜਿਹੜੀ ਆਈਬਰੋ ਬਣਾ ਸਕਦੇ ਹਾਂ। ਜਿਵੇਂ ਕਿ ਤੁਸੀਂ ਇਸ ਵਿੱਚ ਦੇਖ ਰਹੇ ਹੋ, ਜਿਵੇਂ ਕਿ ਰਾਊਂਡ ਹੈ, ਫਲੈਟ ਹੈ ਜਾਂ ਆਰਕ ਸ਼ੇਪ ਹੁੰਦੀ ਹੈ। ਤਾਂ ਇਹਨਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਤਰ੍ਹਾਂ ਦੀ ਆਈਬਰੋਜ਼ ਦੇਖ ਰਹੇ ਹੋ ਤੁਸੀਂ। ਮੋਸਟਲੀ ਕਿ ਅਸੀਂ ਇਸ ਬਾਰੇ ਇਹ ਗੱਲ ਕਰਦੇ ਹਾਂ ਕਿ ਬੇਸਿਕਲੀ ਸਾਡੀ ਹੇਅਰ ਗਰੋਥ ਜੋ ਕਿ ਮਤਲਬ ਨੈਚੁਰਲੀ ਸਾਡੀ ਗਰੋਥ 'ਤੇ ਡਿਪੈਂਡ ਕਰਦੀ ਹੈ। ਜਿਵੇਂ ਕਿ ਸਾਡੀ ਆਈਬਰੋਜ਼ ਹੈ, ਫੇਸ ਦੇ ਅਕੋਰਡਿੰਗ ਆਈਬਰੋਜ਼ ਹੈ, ਸਟਰੇਟ ਹੈ, ਕਰਵਡ ਹੈ, ਸੋਫਟ ਆਰਕ ਹੈ, ਹਾਈ ਆਰਕ ਹੈ, ਐਸ ਸ਼ੇਪ ਹੈ ਜਾਂ ਅਪਵਰਡ ਹੈ, ਜਿਸ ਤਰ੍ਹਾਂ ਵੀ ਸ਼ੇਪ ਅਸੀਂ ਬਣਾਉਣੇ ਚਾਹੁੰਦੇ ਹਾਂ। ਬਟ ਸਾਡੀ ਜਿਹੜੀ ਨੈਚੁਰਲ ਗਰੋਥ ਹੈ, ਜੇਕਰ ਉਹ ਹੈਵੀ ਹੋਏਗੀ ਤਾਂ ਅਸੀਂ ਆਪਣੀ ਮਤਲਬ ਜਿਸ ਤਰ੍ਹਾਂ ਦੀ ਵੀ ਚਾਹੁੰਦੇ ਹਾਂ ਅਸੀਂ ਸ਼ੇਪ ਦੇ ਸਕਦੇ ਹਾਂ। ਬਟ ਜੇਕਰ ਸਾਡੀ ਆਈਬਰੋ ਜਿਹੜੀ ਗਰੋਥ ਹੈ, ਆਈਬਰੋ ਦੀ ਗਰੋਥ ਹੈ
ਜੇਕਰ ਉਹ ਬਹੁਤ ਘੱਟ ਹੈ ਤਾਂ ਸਾਨੂੰ ਮਤਲਬ ਉਸਦੀ ਮਤਲਬ ਉਨੀ ਕੀ ਸ਼ੇਪ ਬਣੇਗੀ ਜਿੰਨੀ ਕਿ ਅਸੀਂ ਮਤਲਬ ਬਣਾ ਸਕਦੇ, ਕਿਉਂਕਿ ਅਸੀਂ ਜ਼ਿਆਦਾ ਹੀ ਉਹ ਨਹੀਂ ਕਰ ਸਕਦੇ। ਤਾਂ ਇਸ ਤਰ੍ਹਾਂ ਸਾਨੂੰ ਫੇਸ਼ੀਅਲ ਦੇ ਅਕੋਰਡਿੰਗ ਵੀ ਜਿਹੜੀ ਆਈਬਰੋ ਦੀ ਸ਼ੇਪ ਬਣਾਉਣੀ ਚਾਹੀਦੀ ਹੈ। ਇਸ ਤੋਂ ਬਿਨਾਂ ਸਾਨੂੰ ਜਿਹੜੀ ਆਈਬਰੋ ਸ਼ੇਪ ਹੈ ਉਹਨਾਂ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਜੇ ਕੋਈ ਕਲਾਇੰਟ ਸਾਨੂੰ ਕਹਿੰਦਾ ਹੈ ਤਾਂ ਉਹਨਾਂ ਦੀ ਫੇਸ ਦੇ ਅਕੋਰਡਿੰਗ ਆਈਬਰੋ ਗਰੋਥ ਜਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਵਧੀਆ ਸ਼ੇਪ ਦੇਣੀ ਚਾਹੀਦੀ ਹੈ। ਤਾਂ ਇਹਨਾਂ ਸਾਰੀਆਂ ਆਈਬਰੋਜ਼ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ, ਸ਼ੇਪਸ ਬਾਰੇ ਪਤਾ ਹੋਣਾ ਚਾਹੀਦਾ ਕਿ ਮੋਸਟਲੀ ਅਸੀਂ ਕਿੰਨੇ ਤਰ੍ਹਾਂ ਦੀਆਂ ਆਈਬਰੋਜ਼ ਆ ਜਿਹੜੀਆਂ ਬਣਾ ਸਕਦੇ ਹਾਂ। ਅਤੇ ਇਸ ਤਰ੍ਹਾਂ ਹੀ ਜਿਹੜਾ ਸਾਡਾ ਨੈਚੁਰਲ ਗਰੋਥ 'ਤੇ ਵੀ ਡਿਪੈਂਡ ਕਰਦਾ ਹੈ। ਇਸ ਤੋਂ ਇਲਾਵਾ ਫੇਸ਼ੀਅਲ ਅਕੋਰਡਿੰਗ ਵੀ ਹੋਣੀ ਚਾਹੀਦੀ, ਇਹ ਨਾ ਹੋਵੇ ਕਿ ਜੇ ਮਤਲਬ ਗਰੋਥ ਵੀ ਜ਼ਿਆਦਾ ਹੈ ਤਾਂ ਫੇਸ ਕਿਸ ਦਾ ਜ਼ਿਆਦਾ ਰਾਊਂਡ ਦੇ ਵਿੱਚ ਹੋਵੇ, ਹੈਵੀ ਫੇਸ ਹੋਵੇ ਤਾਂ ਉਸ ਦੇ ਉੱਪਰ ਬਹੁਤ ਜ਼ਿਆਦਾ ਬਰੀਕ ਜਾਂ ਪਤਲੀ ਆਈਬਰੋ ਬਿਲਕੁਲ ਸੂਟ ਨਹੀਂ ਕਰਦੀ। ਇਸ ਤਰ੍ਹਾਂ ਕੀ ਹੈ ਤੁਹਾਡੇ ਕਲਾਇੰਟ ਨੂੰ ਵੀ ਨਹੀਂ ਚੰਗਾ ਲੱਗਦਾ। ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਕਿ ਜਦੋਂ ਵੀ ਆਈਬਰੋ ਕਰਦੇ ਹੋ ਤਾਂ ਹਮੇਸ਼ਾ ਉਸਨੂੰ ਮਤਲਬ ਕਿ ਥੋੜ੍ਹੀ ਜਿਹੀ ਮੋਟੀ ਸ਼ੇਪ ਦੇ ਕੇ ਹੀ ਚੈੱਕ ਕਰਵਾਇਆ ਜਾਵੇ ਤਾਂ ਜ਼ਿਆਦਾ ਵਧੀਆ ਹੁੰਦਾ ਕਿ ਕਿਉਂਕਿ ਸੂਟੇਬਲ ਗਰੋਥ ਆਈਬਰੋ ਹੀ ਵਧੀਆ ਲੱਗਦੀ ਹੈ। ਇਸ ਤਰ੍ਹਾਂ ਤੁਸੀਂ ਜਿਹੜੀ ਆਈਬਰੋ ਨੂੰ ਜੱਜ ਕਰਨਾ ਹੈ, ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸਟੈਪ 1 ਦੇ ਵਿੱਚ ਤੁਸੀਂ ਆਪਣੇ ਨੋਜ਼ ਤੋਂ ਜਿਹੜਾ ਫਰੰਟ ਵਾਲੀ ਉਹਦੀ ਚੈੱਕ ਕਰ ਸਕਦੇ ਹੋ ਜਾਂ ਤੁਸੀਂ ਉਹਨੂੰ ਆਊਟਲਾਈਨ ਵੀ ਕਰ ਸਕਦੇ ਹੋ। ਸਟੈਪ 2 ਦੇ ਵਿੱਚ ਤੁਸੀਂ ਕਿਸ ਤਰ੍ਹਾਂ ਚੈੱਕ ਕਰਨਾ ਜਾਂ ਸਟੈਪ 3 ਦੇ ਵਿੱਚ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਇੱਕ ਆਈਬਰੋ ਨੂੰ ਕਿਸ ਤਰ੍ਹਾਂ ਜੱਜ ਕਰ ਸਕਦੇ ਹੋ ਜਾਂ ਉਸਨੂੰ ਸ਼ੇਪ ਦੇਣ ਲਈ ਇਸ ਤਰ੍ਹਾਂ ਜੇ ਮਤਲਬ ਜਿਹੜੇ ਸਟੈਪ ਆ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਈਬਰੋ ਨੂੰ ਸਹੀ ਸ਼ੇਪ ਦੇਣ ਲਈ 1 2 3 ਜਿਹੜੇ ਸਟੈਪ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਇੱਕ ਆਈਬਰੋ ਦੀ ਸ਼ੇਪ ਲਈ ਅਸੀਂ ਇਹਨਾਂ ਨੂੰ ਤਿੰਨਾਂ ਦਾ ਅਸੀਂ ਜਿਹੜੀ ਸ਼ੇਪ ਦਿੱਤੀ ਹੋਈ ਹੈ ਇਸ ਤਰ੍ਹਾਂ ਅਸੀਂ ਆਈਬਰੋ ਨੂੰ ਮੈਪਿੰਗ ਕਰਕੇ ਇਸ ਨੂੰ ਵਧੀਆ ਸ਼ੇਪ ਦੇ ਸਕਦੇ ਹਾਂ। ਐਂਡ ਕਦੇ ਵੀ ਆਈਬਰੋਜ਼ ਦੇ ਵਿੱਚੋਂ ਜ਼ਿਆਦਾ ਵਾਲ ਨਹੀਂ ਕੱਢਣੇ ਚਾਹੀਦੇ ਕਿਉਂਕਿ ਜਿਹੜੀ ਆਈਬਰੋ ਦੀ ਲੈਂਥ ਹੁੰਦੀ ਹੈ, ਲੈਂਥ ਹਮੇਸ਼ਾ ਸਾਡੇ 'ਤੇ ਡਿਪੈਂਡ ਕਰਦੀ ਹੈ ਕਿ ਅਸੀਂ ਕਿੰਨੀ ਲੈਂਥ ਛੱਡ ਰਹੇ ਹਾਂ। ਨੈਚੁਰਲ ਗਰੋਥ ਜੇਕਰ ਜ਼ਿਆਦਾ ਹੋਵੇ ਤਾਂ ਉਸ ਦੇ ਅਕੋਰਡਿੰਗ ਅਸੀਂ ਉਹਦੀ ਜਿਹੜੀ ਸ਼ੇਪ ਹੈ ਉਸਨੂੰ ਅਪਵਰਡ ਜਾਂ ਡਾਊਨਵਰਡ ਕਰ ਸਕਦੇ ਹਾਂ। ਤਾਂ ਬਾਕੀ ਕਲਾਇੰਟ 'ਤੇ ਵੀ ਡਿਪੈਂਡ ਕਰਦਾ ਹੈ। ਇਸ ਤਰ੍ਹਾਂ ਜਿਹੜੀ ਤੁਸੀਂ ਆਈਬਰੋ ਦੀ ਸ਼ੇਪ ਨੂੰ ਚੈੱਕ ਕਰ ਰਹੇ ਹੋ ਤਾਂ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ABCD ਤੁਸੀਂ ਚੈੱਕ ਕਰ ਰਹੇ ਹੋ ਤਾਂ ਇਸ ਤਰ੍ਹਾਂ ਜਿਹੜੀ ਆਈਬਰੋ ਲੈਂਥ ਹੈ ਨੈਚੁਰਲ ਗਰੋਥ 'ਤੇ ਹੀ ਡਿਪੈਂਡ ਕਰਦੀ ਹੈ। ਬਾਕੀ ਸਾਡੇ 'ਤੇ ਡਿਪੈਂਡ ਕਰਦੀ ਹੈ ਕਿ ਅਸੀਂ ਆਈਬਰੋ ਕਰਨ ਵੇਲੇ ਉਸ ਚੀਜ਼ ਨੂੰ ਕਿੰਨਾ ਕੁ ਧਿਆਨ ਦੇ ਰਹੇ ਹਾਂ ਕਿ ਆਈਬਰੋ ਦੀ ਜਿਹੜੀ ਲੈਂਥ ਹੈ ਉਹ ਸ਼ਾਰਟ ਨਾ ਹੋਵੇ। ਫਰੰਟ ਤੋਂ ਵੀ ਦੋਨੋਂ ਸਾਈਡ ਉਹਨਾਂ ਦੀਆਂ ਮਤਲਬ ਕਿ ਬਰਾਬਰ ਹੋਣੀਆਂ ਚਾਹੀਦੀਆਂ ਨੇ। ਸੈਂਟਰ 'ਚ ਉਹਦੀ ਜਿਹੜੀ ਸ਼ੇਪ ਦੇ ਰਹੇ ਹਾਂ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਐਂਡ ਐਟ ਲਾਸਟ ਜਿਹੜਾ ਸਾਡਾ ਉਹਦੀ ਲੈਂਥ ਹੁੰਦੀ ਆ ਉਸਨੂੰ ਘੱਟ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਅਸੀਂ ਇਹਨਾਂ ਦੀ ਜਿਹੜੀ ਜੱਜਿੰਗ ਆਫ ਆਈਬਰੋ ਲੈਂਥ ਇਸ ਤਰ੍ਹਾਂ ਦੇ ਜਿਹੜੇ ਮੈਥਡ ਆ ਯੂਜ਼ ਕਰ ਸਕਦੇ ਹਾਂ। ਇਸ ਤਰ੍ਹਾਂ ਇੱਕ ਆਈਬਰੋ ਨੂੰ ਚੈੱਕ ਕਰਨ ਤੋਂ ਬਾਅਦ ਮੈਪਿੰਗ ਕਰਨ ਤੋਂ ਬਾਅਦ ਦੋਨੋਂ ਆਈਬਰੋਜ਼ ਨੂੰ ਮੈਪ ਕੇ ਬਰਾਬਰ ਤੁਸੀਂ ਮਤਲਬ ਕਿ ਇਹਨਾਂ ਦੀ ਜਿਹੜੀ ਆ ਸੇਮ ਤਰ੍ਹਾਂ ਤੁਸੀਂ ਇਹਦੀ ਨਿਸ਼ਾਨੀ ਰੱਖ ਲੈਣੀ ਹੈ ਜਾਂ ਤੁਸੀਂ ਇਸ ਤਰ੍ਹਾਂ ਮੈਪਿੰਗ ਕਰ ਲੈਣੀ ਉਹਦੀ ਤਾਂ ਜੋ ਪ੍ਰੋਪਰ ਪਰਫੈਕਟ ਤੁਸੀਂ ਆਈਬਰੋ ਬਣਾ ਸਕੋ ਤਾਂ ਜੋ ਮਤਲਬ ਤੁਹਾਡੇ ਕਲਾਇੰਟ ਹੈ ਜਾਂ ਤੁਹਾਨੂੰ ਵੀ ਵਧੀਆ ਲੱਗੇਗਾ। ਇਸ ਤਰ੍ਹਾਂ ਜਿਹੜੀ ਆਈਬਰੋ ਪਰਫੈਕਟ ਸ਼ੇਪ ਇਸ ਤਰ੍ਹਾਂ ਤੁਸੀਂ ਦੇ ਸਕਦੇ ਹੋ। ਇਸ ਤਰ੍ਹਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਈਬਰੋ ਨੂੰ ਮੈਪਿੰਗ ਕਰਕੇ ਉਸਨੂੰ ਚੈੱਕ ਕਰਕੇ ਤੁਸੀਂ ਉਸਨੂੰ ਵਧੀਆ ਆਕਾਰ ਦੇ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਜਿਹੜੀ ਸ਼ੇਪ ਆ ਤੁਸੀਂ ਆਪਣੇ ਅਕੋਰਡਿੰਗ ਉਸਨੂੰ ਦੇ ਸਕਦੇ ਹੋ। ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਇਹ ਸਾਡੀ ਜਿਹੜੇ ਇੱਕ ਪ੍ਰੋਫੈਸ਼ਨ ਦਾ ਸਾਡੇ ਕੰਮ ਦਾ ਕਿਸੇ ਵੀ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਸਾਡੇ ਪ੍ਰੋਫੈਸ਼ਨ ਦਾ ਸਭ ਤੋਂ ਛੋਟਾ ਕੰਮ ਹੈ ਬਟ ਇਹ ਸਾਡੀ ਪ੍ਰੈਕਟਿਸ 'ਤੇ ਡਿਪੈਂਡ ਕਰਦਾ ਹੈ ਕਿ ਸਾਡੀ ਪ੍ਰੈਕਟਿਸ ਕਿੰਨੀ ਹੈ, ਅਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਹਾਂ। ਤਾਂ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਦਿੰਦੀਆਂ ਨੇ ਸਾਡੀ ਮਤਲਬ ਕੰਮ ਦੇ ਵਿੱਚ ਕਿ ਆਈਬਰੋ ਬਹੁਤ ਛੋਟਾ ਕੰਮ ਹੈ ਬਟ ਇਹ ਕੀ ਹੈ ਕਿ ਮਤਲਬ ਕਿ ਸਾਡੀ ਇਸ ਤੋਂ ਸਾਡੇ ਮਤਲਬ ਕੰਮ ਦਾ ਵੀ ਪਤਾ ਲੱਗਦਾ ਸਾਡੇ 'ਚ ਕਿੰਨਾ ਕੁ ਮਤਲਬ ਐਕਸਪੀਰੀਅੰਸ ਹੈ ਸਾਨੂੰ ਕਿਸੇ ਕੰਮ ਦਾ। ਜੇਕਰ ਤੁਸੀਂ ਵਧੀਆ ਆਈਬਰੋ ਸ਼ੇਪ ਬਣਾ ਸਕਦੇ ਹੋ ਤਾਂ ਤੁਹਾਨੂੰ ਮਤਲਬ ਇਸ ਚੀਜ਼ ਦੀ ਬਹੁਤ ਜ਼ਿਆਦਾ ਨੌਲੇਜ ਹੋਵੇਗੀ ਕਿਉਂਕਿ ਬਹੁਤ ਘੱਟ ਲੋਕਾਂ ਤੋਂ ਇੱਕ ਪਰਫੈਕਟ ਸ਼ੇਪ ਬਣਦੀ ਹੈ, ਉਹ ਵੀ ਬਹੁਤ ਘੱਟ ਪੇਨ, ਉਹ ਵੀ ਥਰੈਡਿੰਗ ਦੇ ਦੁਆਰਾ। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਵਧੀਆ ਜਿਹੜੀ ਸ਼ੇਪ ਆ ਉਹ ਦੇ ਸਕਦੇ ਹੋ। ਅਸੀਂ ਇਸ ਵਿੱਚ ਗੱਲ ਕਰਦੇ ਹਾਂ ਥਿੰਗਸ ਰਿਕੁਆਇਰਡ ਫॉर ਆਈਬਰੋਜ਼ ਜਾਂ ਥਰੈਡਿੰਗ ਦੇ ਵਿੱਚ ਜਾਂ ਆਈਬਰੋ ਦੇ ਵਿੱਚ ਜਿਵੇਂ ਤੁਸੀਂ ਕਰਦੇ ਹੋ ਤਾਂ ਇਹਦੇ ਵਿੱਚ ਸਾਨੂੰ ਕੀ ਸਮਾਨ ਚਾਹੀਦਾ ਹੁੰਦਾ ਜਾਂ ਕੀ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਅਸੀਂ ਉਹਨਾਂ ਬਾਰੇ ਗੱਲ ਕਰਦੇ ਹਾਂ। ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਸਮਾਨ ਹੈ ਉਹ ਪੂਰਾ ਹੋਣਾ ਚਾਹੀਦਾ ਹੈ। ਜਦੋਂ ਵੀ ਅਸੀਂ ਕੋਈ ਕੰਮ ਕਰ ਰਹੇ ਹਾਂ ਤਾਂ ਵਰਕਿੰਗ ਸਟੇਸ਼ਨ ਹੈ ਜਾਂ ਕੋਈ ਵੀ ਤੁਸੀਂ ਕਿਤੇ ਕੰਮ ਕਰ ਰਹੇ ਹੋ ਤੁਹਾਡੇ ਵਰਕਿੰਗ ਸਟੇਸ਼ਨ 'ਤੇ ਤੁਹਾਡੇ ਕੋਲ ਸਾਰਾ ਕੰਮ ਜਿਹੜਾ ਸਮਾਨ ਹੈ ਉਹ ਕੰਪਲੀਟ ਹੋਣਾ ਚਾਹੀਦਾ ਹੈ। ਰਿਕੁਆਇਰਮੈਂਟ ਹੈ ਜਿਹੜੀ ਪੂਰੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਥਰੈਡ ਆਈਬਰੋ ਥਰੈਡ ਆਰਗੈਨਿਕ ਕਾਟਨ ਐਂਟੀਸੈਪਟਿਕ ਫੇਸ਼ੀਅਲ ਹੇਅਰ ਰਿਮੂਵਰ ਰੂਲ। ਅਸੀਂ ਜਿਵੇਂ ਕਿ ਯੂਜ਼ ਕਰਦੇ ਹਾਂ ਆਰਗੈਨਿਕ ਦਾ ਥਰੈਡ ਹੈ ਜੋ ਕਿ ਐਂਟੀਸੈਪਟਿਕ ਹੁੰਦਾ ਹੈ।
ਸਭ ਤੋਂ ਪਹਿਲਾਂ ਸਾਨੂੰ ਥਰੈਡ ਚਾਹੀਦਾ ਹੈ। ਦੂਸਰੇ ਨੰਬਰ 'ਤੇ ਚਾਹੀਦਾ ਸਾਨੂੰ ਟੈਲਕਮ ਪਾਊਡਰ, ਜੋ ਕਿ ਸਾਨੂੰ ਸਕਿਨ ਨੂੰ ਡਰਾਈ ਕਰਨ ਲਈ, ਜਦੋਂ ਵੀ ਅਸੀਂ ਥਰੈਡਿੰਗ ਕਰਦੇ ਹਾਂ ਤਾਂ ਸਕਿਨ ਡਰਾਈ ਹੋਣਾ ਬਹੁਤ ਜ਼ਰੂਰੀ ਹੈ, ਤਾਂ ਉਸ ਦੇ ਲਈ ਸਾਨੂੰ ਕੀ ਹੈ, ਟੈਲਕਮ ਪਾਊਡਰ ਚਾਹੀਦਾ ਹੈ, ਜਿਸ ਨੂੰ ਤੁਸੀਂ ਹਲਕਾ ਜਿਹਾ ਟੱਚ ਦੇਣਾ ਹੈ। ਜ਼ਿਆਦਾ ਇਹ ਨਹੀਂ ਹੈਗਾ ਕਿ ਤੁਸੀਂ ਮਤਲਬ ਫੇਸ 'ਤੇ ਜਾਂ ਆਈਬਰੋ 'ਤੇ ਸਾਰਾ ਮਤਲਬ ਜ਼ਿਆਦਾ ਪਾਊਡਰ ਲਗਾਓਗੇ। ਹਲਕਾ ਜਿਹਾ ਤੁਸੀਂ ਟੱਚ ਕਰ ਸਕਦੇ ਹੋ ਆਪਣੀ ਫਿੰਗਰਸ ਨਾਲ, ਕਾਟਨ ਨਾਲ, ਜਾਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਬਾਊਲ ਹੈ ਇਹਦੇ ਵਿੱਚ ਪਫ ਹੁੰਦਾ, ਤੁਸੀਂ ਇਹਦੇ ਨਾਲ ਵੀ ਮਤਲਬ ਹਲਕਾ ਜਿਹੜਾ ਪਾਊਡਰ ਹੈ ਉਹ ਟੱਚ ਕਰ ਸਕਦੇ ਹੋ। ਨੈਕਸਟ ਹੈ ਜੀ ਸੀਜ਼ਰ, ਜੋ ਕਿ ਜਿਹੜੇ ਮਤਲਬ ਕਿ ਐਕਸਟਰਾ ਹੇਅਰ ਦੀ ਲੈਂਥ ਹੁੰਦੀ ਹੈ ਫਰੰਟ ਤੋਂ, ਅਸੀਂ ਉਹਨਾਂ ਦੀ ਕਟਿੰਗ ਲਈ ਜਾਂ ਪ੍ਰੋਪਰ ਸ਼ੇਪ ਦੇਣ ਲਈ ਅਸੀਂ ਉਸ ਦੇ ਵਿੱਚ ਕਟਿੰਗ ਕਰਦੇ ਹਾਂ। ਤਾਂ ਉਸ ਦੇ ਲਈ ਸਾਡੇ ਕੋਲ ਸਾਰਾ ਸਮਾਨ ਹੈ, ਜਿਹੜਾ ਜਿਵੇਂ ਕਟਿੰਗ ਹੈ, ਕਟਿੰਗ ਲਈ ਸੀਜ਼ਰ ਹੈ, ਜਾਂ ਮਤਲਬ ਇੱਕ ਬਰੱਸ਼ ਹੈ, ਟਵੀਜ਼ਰ, ਤਾਂ ਜਾਂ ਜੋ ਵੀ ਹੈ ਸਾਡੇ ਕੋਲ ਇਸ ਤਰ੍ਹਾਂ ਦੇ ਜਿਹੜੇ ਬਰੱਸ਼ ਜਾਂ ਸਾਰੀ ਰਿਕੁਆਇਰਮੈਂਟ ਹੈ, ਜੋ ਵੀ ਟੂਲਸ ਇਸ ਵਿੱਚ ਯੂਜ਼ ਕੀਤੇ ਜਾਂਦੇ ਨੇ ਉਹ ਸਾਡੇ ਕੋਲ ਹੋਣੇ ਚਾਹੀਦੇ ਨੇ, ਤਾਂ ਜੋ ਸਾਨੂੰ ਮਤਲਬ ਕਿ ਅਸੀਂ ਆਈਬਰੋ ਦੀ ਜਿਹੜੀ ਸਰਵਿਸ ਹੈ ਉਹ ਵਧੀਆ ਦੇ ਸਕੀਏ ਕਲਾਇੰਟ ਨੂੰ। ਇਸ ਤੋਂ ਬਿਨਾਂ ਜਿਵੇਂ ਐਟ ਲਾਸਟ 'ਤੇ ਅਸੀਂ ਆਈਬਰੋ ਕਰਨ ਤੋਂ ਬਾਅਦ ਐਟ ਲਾਸਟ 'ਤੇ ਹਰ ਇੱਕ ਕਲਾਇੰਟ ਦੇ ਜਾਂ ਕਿਸੇ ਦੇ ਵੀ ਅਸੀਂ ਆਈਬਰੋ ਕਰਦੇ ਹਾਂ ਤਾਂ ਉਸ 'ਤੇ ਐਟ ਲਾਸਟ 'ਤੇ ਸਾਨੂੰ ਕੋਈ ਵੀ ਮਾਇਸਚਰਾਈਜ਼ਰ, ਕਲੀਨਿੰਗ ਮਿਲਕ ਜਾਂ ਅਸਟਿੰਜੈਂਟ ਅਪਲਾਈ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਕੀ ਸਾਡੀ ਜਿਹੜੀ ਸਕਿਨ ਹੈ ਉਹ ਰੈਡਿਸ਼ ਨਹੀਂ ਹੁੰਦੀ, ਨਾ ਹੀ ਕੋਈ ਇਨਫੈਕਸ਼ਨ ਹੁੰਦੀ ਹੈ, ਤਾਂ ਉਸ ਦੀ ਜਿਹੜੀ ਮਤਲਬ ਜਲਨ ਵਗੈਰਾ ਹੁੰਦੀ ਹੈ ਜਾਂ ਰੈਡਿਸ਼ ਹੁੰਦੀ ਹੈ ਉਸ ਨੂੰ ਘੱਟ ਕਰਨ ਲਈ ਨਾ ਮਾਇਸਚਰਾਈਜ਼ਰ ਦਾ ਜਿਹੜਾ ਯੂਜ਼ ਕਰਨਾ ਬਹੁਤ ਜ਼ਰੂਰੀ ਹੁੰਦਾ। ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੀ ਪ੍ਰੋਸੀਜਰ ਬਾਰੇ ਗੱਲ ਕਰ ਰਹੇ ਹਾਂ ਕਿ ਜਿਵੇਂ ਅਸੀਂ ਥਰੈਡਿੰਗ ਕਰਦੇ ਹਾਂ, ਜੇਕਰ ਆਪਣੀ ਕਰ ਰਹੇ ਹਾਂ, ਕਿਸੇ ਕਲਾਇੰਟ ਦੀ ਕਰ ਰਹੇ ਹਾਂ, ਜਾਂ ਤੁਸੀਂ ਫਸਟ ਟਾਈਮ ਕਰ ਰਹੇ ਹੋ ਤਾਂ ਕਈ ਵਾਰੀ ਅਸੀਂ ਨਰਵਸ ਵੀ ਹੁੰਦੇ ਹਾਂ, ਕਿਉਂਕਿ ਐਕਸਪਰਟ ਹੈ ਜਿਨ੍ਹਾਂ ਦੀ ਡੇਲੀ ਦੀ ਪ੍ਰੈਕਟਿਸ ਹੈ ਉਹਨਾਂ ਲਈ ਕੋਈ ਬਹੁਤ ਔਖਾ ਕੰਮ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਅਸੀਂ ਇਹਦੀ ਪ੍ਰੈਕਟਿਸ ਦੇ ਨਾਲ ਅਸੀਂ ਕੰਮ ਕਰ ਸਕਦੇ। ਜੇਕਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਾਂ ਕੋਈ ਡਾਊਟ ਹੈ, ਪ੍ਰੋਬਲਮ ਹੈ, ਤਾਂ ਤੁਸੀਂ ਇਸ ਤਰ੍ਹਾਂ ਜਿਹੜੀ ਦੇਖ ਰਹੇ ਹੋ ਆਈਬਰੋ ਦੀ ਸ਼ੇਪ ਹੈ ਜਿਹੜੀ ਪਹਿਲਾਂ ਪੈਨਸਿਲ ਨਾਲ ਡਰਾ ਕਰ ਸਕਦੇ ਹੋ, ਅਤੇ ਲਾਈਨ ਤੋਂ ਬਾਹਰ ਤੁਸੀਂ ਇਹ ਰਿਮੂਵ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜੇਕਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਮੈਪਿੰਗ ਐਂਡ ਜੱਜਿੰਗ ਦਾ ਆਈਬਰੋ, ਉਸ ਤਰ੍ਹਾਂ ਤੁਸੀਂ ਆਪਣੀ ਜਿਹੜੀ ਆਈਬਰੋ ਆ ਆਪਣੇ ਅਕੋਰਡਿੰਗ ਜਾਂ ਕਲਾਇੰਟ ਦੇ ਅਕੋਰਡਿੰਗ ਉਹਨੂੰ ਪਹਿਲਾਂ ਜੱਜ ਕਰਕੇ ਉਹਦੀ ਮਤਲਬ ਕੀ ਹੈ ਉਸਦੀ ਜਿਹੜੀ ਸ਼ੇਪ ਹੈ ਪਹਿਲਾਂ ਤੋਂ ਆਊਟਲਾਈਨ ਉਹਦੀ ਪੈਨਸਿਲ ਨਾਲ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਆਈਬਰੋ ਸ਼ੇਪਿੰਗ ਦੇ ਵਿੱਚ, ਜਿਵੇਂ ਤੁਸੀਂ ਆਹ ਦੇਖ ਰਹੇ ਹੋ ਕਿ ਆਈਬਰੋ ਦੇ ਵਿੱਚ ਐਕਸਟਰਾ ਹੇਅਰ ਨੂੰ ਦੇਖ ਰਹੇ ਹੋ। ਐਂਡ ਨੈਕਸਟ ਦੇ ਵਿੱਚ ਡਰਿੰਗ ਪ੍ਰੋਸੀਜਰ ਦੇ ਦੌਰਾਨ ਤੁਸੀਂ ਦੇਖਣਾ ਹੈ ਕਿ ਜਿਹੜਾ ਇਹਦੇ ਉੱਪਰ ਰਾਊਂਡ ਲੱਗਿਆ ਹੋਇਆ ਹੈ ਸੈਕਿੰਡ ਦੇ ਵਿੱਚ, ਤਾਂ ਉਹਦੇ ਵਿੱਚ ਕੀ ਹੈ ਅਸੀਂ ਇੱਕ ਥਰੈਡਿੰਗ ਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਇੱਕੋ ਟਾਈਮ ਇੱਕ ਆਈਬਰੋ ਦੀ ਇੱਕ ਹੇਅਰ ਲਾਈਨ ਨੂੰ ਕਲੀਨ ਕਰ ਸਕਦੇ ਹਾਂ। ਇੱਕ ਹੇਅਰ ਲਾਈਨ ਦੇ ਵਿੱਚ 5-7 ਕਿੰਨੇ ਵੀ ਵਾਲ ਹੋ ਸਕਦੇ ਨੇ, ਤੁਸੀਂ ਉਸ ਦੇ ਅਕੋਰਡਿੰਗ ਕੱਢ ਸਕਦੇ ਹੋ, ਅਤੇ ਐਂਡ 'ਤੇ ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ। ਇਸ ਤਰ੍ਹਾਂ ਜਦੋਂ ਵੀ ਤੁਸੀਂ ਹੇਅਰ ਆਈਬਰੋ ਸਟਾਰਟ ਕਰਨੀ ਆ ਤਾਂ ਜਿਵੇਂ ਉਹਦਾ ਇੱਕ ਸਿਰਾ ਆਪਣੇ ਮੂੰਹ ਦੇ ਵਿੱਚ ਹੁੰਦਾ, ਦੂਜੇ ਅਸੀਂ ਆਪਣੇ 2-3 ਫਿੰਗਰ 'ਤੇ ਵਾਲਾਂ ਨੂੰ ਮਤਲਬ ਉਹਦੇ ਥਰੈਡ ਦੇ ਵਾਲ ਪਾ ਕੇ ਦੂਸਰੇ ਹੱਥ ਦੇ ਵਿੱਚ ਥਰੈਡ ਫੜ ਕੇ, ਤਾਂ ਲੂਪ ਨੂੰ ਇਹ ਧਿਆਨ ਰੱਖਣਾ ਕਿ ਤੁਹਾਡਾ ਜਿਹੜਾ ਲੂਪ ਹੈ ਜ਼ਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਜਾਂ ਛੋਟਾ ਨਹੀਂ ਹੋਣਾ ਚਾਹੀਦਾ, ਨਾ ਜ਼ਿਆਦਾ ਲੂਜ਼ ਨਾ ਜ਼ਿਆਦਾ ਟਾਈਟ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਈਬਰੋ ਦੇ ਉੱਪਰ ਤੋਂ ਵੀ ਹੇਅਰ ਰਿਮੂਵ ਕਰ ਸਕਦੇ ਹੋ, ਪਹਿਲਾਂ ਉੱਪਰ ਤੋਂ ਸ਼ੇਪ ਦੇ ਸਕਦੇ ਹੋ, ਐਂਡ ਸੈਕੰਡਲੀ ਤੁਸੀਂ ਉਹਨੂੰ ਨੀਚੇ ਤੋਂ ਜਿਹੜੇ ਆਪਣੇ ਆਈਬਰੋ ਦੇ ਨੀਚੇ ਤੋਂ ਤੁਸੀਂ ਜਿਹੜੀ ਉਹਨਾਂ ਨੂੰ ਇਹ ਸ਼ੇਪ ਦੇ ਸਕਦੇ ਹੋ। ਇੱਥੇ ਤੁਸੀਂ ਇਹ ਧਿਆਨ ਰੱਖਣਾ ਕਿ ਜਿਹੜੀ ਤੁਹਾਡੀ ਸਕਿਨ ਹੈ ਪੂਰੀ ਚੰਗੀ ਤਰ੍ਹਾਂ ਟਾਈਟ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਉੱਪਰ ਨੀਚੇ ਥਰੈਡਿੰਗ ਕਰਦੇ ਹੋਏ ਤੁਸੀਂ ਚੰਗੀ ਤਰ੍ਹਾਂ ਉਹਨੂੰ ਸੈਂਟਰ 'ਚੋਂ ਕਲੀਨ ਕਰਨਾ ਹੈ, ਐਂਡ ਫਰੰਟ ਤੋਂ ਉਹਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਸ਼ੇਪ ਦੇਣੀ ਹੈ, ਕਿਉਂਕਿ ਫਰੰਟ ਤੋਂ ਸ਼ੇਪ ਜਿਹੜੀ ਦੂਸਰੀ ਸ਼ੇਪ ਦੇ ਤੁਹਾਡੀ ਜਿਹੜੀ ਦੂਸਰੀ ਆਈਬਰੋ ਹੈ ਉਹਦੀ ਸ਼ੇਪ ਦੇ ਬਰਾਬਰ ਹੋਣੀ ਚਾਹੀਦੀ ਹੈ। ਅਤੇ ਇਸ ਤਰ੍ਹਾਂ ਤੁਸੀਂ ਲੂਪ ਦਾ ਵੀ ਧਿਆਨ ਰੱਖਣਾ ਹੈ। ਥਰੈਡਿੰਗ ਕਰਦੇ ਸਮੇਂ ਜਿਹੜੇ ਸੈਂਟਰ 'ਚ ਤੁਹਾਡੇ ਵਾਲ ਆ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਕਲੀਨ ਕਰਦੇ ਰਹਿਣਾ ਹੈ, ਅਤੇ ਇਹ ਧਿਆਨ ਰੱਖਣਾ ਹੈ ਕਿ ਜਿਹੜੀ ਸਾਡੀ ਆਈਬਰੋ ਹੈ ਉਹਨਾਂ ਦਾ ਡਿਸਟੈਂਸ ਹੈ ਉਹ ਬਰਾਬਰ ਹੋਵੇ, ਅਤੇ ਇਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਉਹ ਸਹੀ ਹੋਣਾ ਚਾਹੀਦਾ ਹੈ। ਤਾਂ ਸਾਨੂੰ ਇਹਦਾ ਮਤਲਬ ਕਿ ਪਹਿਲਾਂ ਤੋਂ ਇਹਨੂੰ ਚੈੱਕ ਕਰਨਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਇਹਦੀ ਸ਼ੇਪ ਬਣਾ ਰਹੇ ਹਾਂ, ਅਤੇ ਇਹਦੀ ਜਿਹੜੀ ਸ਼ੇਪ ਦਾ ਮੋਸਟਲੀ ਧਿਆਨ ਰੱਖਣਾ ਹੁੰਦਾ, ਕਿਉਂਕਿ ਕਈ ਵਾਰੀ ਇੱਕ ਸਾਈਡ ਤੋਂ ਥੋੜ੍ਹਾ ਜਿਹਾ ਫਰਕ ਰਹਿਣ ਨਾਲ ਵੀ ਸਾਨੂੰ ਇਹ ਚੀਜ਼ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਥੋੜ੍ਹੀ ਜਿਹੀ ਮਿਸਟੇਕ ਹੈ ਜਾਂ ਕਿਸ ਤਰ੍ਹਾਂ ਵੀ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਆਈਬਰੋ ਨੂੰ ਜਿਹੜੀ ਵਧੀਆ ਸ਼ੇਪ ਦੇਣੀ ਚਾਹੀਦੀ ਹੈ, ਕਿਉਂਕਿ ਇਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਿਉਂਕਿ ਕਾਹਲੀ ਵੀ ਨਹੀਂ ਕਰ ਸਕਦੇ, ਬਹੁਤ ਜ਼ਿਆਦਾ ਫਾਸਟ ਵੀ ਨਹੀਂ ਕਰ ਸਕਦੇ। ਜਿਹੜਾ ਲੂਪ ਹੈ ਤੁਹਾਨੂੰ ਉਸ ਦਾ ਵੀ ਧਿਆਨ ਰੱਖਣਾ ਪੈਣਾ, ਜਿਹੜਾ ਤੁਹਾਡਾ ਲੂਪ ਹੈ ਨਾ ਤੁਸੀਂ ਜ਼ਿਆਦਾ ਟਾਈਟ ਕਰ ਸਕਦੇ ਹੋ ਨਾ ਜ਼ਿਆਦਾ ਲੂਜ਼ ਕਰ ਸਕਦੇ ਹੋ, ਪਰ ਜਿਹੜੀ ਤੁਹਾਡੀ ਸਕਿਨ ਹੈ ਉਹ ਚੰਗੀ ਤਰ੍ਹਾਂ ਟਾਈਟ ਕੀਤੀ ਹੋਣੀ ਚਾਹੀਦੀ ਹੈ, ਕਿਉਂਕਿ ਜੇਕਰ ਤੁਸੀਂ ਸਕਿਨ ਨੂੰ ਟਾਈਟ ਨਾ ਕੀਤਾ ਤਾਂ ਤੁਹਾਡੀ ਸਕਿਨ ਦੇ ਵਿੱਚ ਕੱਟ ਪੈਣ ਦਾ ਡਰ ਹੁੰਦਾ, ਜਿਸ ਨਾਲ ਕਿ ਬਲੀਡਿੰਗ ਵਗੈਰਾ ਵੀ ਹੋ ਜਾਂਦੀ ਹੈ। ਕਈ ਵਾਰ ਜ਼ਿਆਦਾ ਸਕਿਨ ਸੈਂਸਿਟਿਵ ਹੋਵੇ ਤਾਂ ਜ਼ਿਆਦਾ ਇਸ ਵੱਲ ਤੁਹਾਨੂੰ ਜ਼ਿਆਦਾ ਵੀ ਧਿਆਨ ਦੇਣਾ ਪੈਂਦਾ, ਕਿਉਂਕਿ ਮੋਸਟਲੀ ਜਿਹੜੀ ਪਤਲੀ ਸਕਿਨ ਹੁੰਦੀ ਹੈ, ਸੈਂਸਿਟਿਵ ਸਕਿਨ ਹੁੰਦੀ ਹੈ, ਜੇਕਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਟਾਈਟ ਨਹੀਂ ਕਰ ਰਹੇ ਤਾਂ ਆਈਬਰੋ ਦੇ ਦੌਰਾਨ ਉਸ ਦੇ ਵਿੱਚ ਕੱਟ ਵੀ ਲੱਗ ਸਕਦਾ ਹੈ ਜਾਂ ਆਈਬਰੋ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਸਕਦੀ ਹੈ।
ਤਾਂ ਇਸ ਤਰ੍ਹਾਂ ਤੁਸੀਂ ਕਲਾਇੰਟ ਨੂੰ ਅਵੇਅਰ ਕਰ ਸਕਦੇ ਹੋ ਕਿ ਜਿਹੜੀ ਤੁਹਾਡੀ ਸਕਿਨ ਹੈ ਉਹ ਚੰਗੀ ਤਰ੍ਹਾਂ ਟਾਈਟ ਹੋਣੀ ਚਾਹੀਦੀ ਹੈ। ਲੂਜ਼ ਸਕਿਨ ਨਾਲ ਤੁਹਾਨੂੰ ਇਸ ਤਰ੍ਹਾਂ ਦੀਆਂ ਕਈ ਪ੍ਰੋਬਲਮਸ ਆ ਸਕਦੀਆਂ ਨੇ। ਤਾਂ ਇਸ ਤਰ੍ਹਾਂ ਤੁਸੀਂ ਜਿਹੜੀ ਆਈਬਰੋ ਇੱਕ ਸਾਈਡ ਤੋਂ ਕਰਕੇ ਦੂਸਰੀ ਸਾਈਡ ਤਰ੍ਹਾਂ ਇਸੇ ਤਰ੍ਹਾਂ ਹੀ ਜਿਹੜੀ ਆਈਬਰੋ ਨੂੰ ਮੇਨਟੇਨ ਕਰਨਾ ਹੈ। ਐਟ ਲਾਸਟ 'ਤੇ ਤੁਸੀਂ ਦੋਨਾਂ ਆਈਬਰੋਜ਼ ਨੂੰ ਚੈੱਕ ਕਰਕੇ ਜਿਹੜੇ ਉਹਦੇ ਐਕਸਟਰਾ ਹੇਅਰ ਉਹਨਾਂ ਨੂੰ ਕਟਿੰਗ ਕਰ ਦੇਣਾ ਐਂਡ ਐਟ ਲਾਸਟ 'ਤੇ ਉਹਨਾਂ ਨੂੰ ਚੈੱਕ ਕਰਨਾ ਹੈ। ਤੁਸੀਂ ਖੁਦ ਵੀ ਚੈੱਕ ਕਰਨਾ, ਇਹਨੂੰ ਕਲੀਨ ਕਰਨਾ ਹੈ, ਕਾਟਨ ਨਾਲ ਚੈੱਕ ਕਰਨਾ ਹੈ ਕਿ ਤੁਹਾਡੀ ਜਿਹੜੀ ਆਈਬਰੋ ਤੁਸੀਂ ਸ਼ੇਪ ਬਣਾਈ ਹੈ ਉਹ ਪ੍ਰੋਪਰ ਹੈ, ਸੇਮ ਹੈ, ਇਕੁਅਲ ਹੈ। ਅਤੇ ਇਹਨਾਂ ਸਾਰੀਆਂ ਜਿਹੜੀ ਸ਼ੇਪ ਆ ਉਹਨੂੰ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਤੁਸੀਂ ਕਲਾਇੰਟ ਨੂੰ ਵੀ ਚੈੱਕ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਈ ਸ਼ੈਡੋ ਟੂ ਸੂਟ ਯੂਅਰ ਆਈਜ਼ ਸ਼ੇਪ। ਆਈ ਸ਼ੇਪ ਦਾ ਕੀ ਹੁੰਦਾ, ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜਾ ਇਹਨਾਂ ਦੋਨਾਂ ਆਈਜ਼ ਦੇ ਵਿੱਚ ਡਿਸਟੈਂਸ ਹੁੰਦਾ ਉਸ ਦਾ ਧਿਆਨ ਰੱਖ ਕੇ ਵੀ ਸਾਡੀ ਜਿਹੜੀ ਆਈਜ਼ ਹੈ ਉਹ ਕਿਸ ਤਰ੍ਹਾਂ ਦੀ ਹੈ ਐਂਡ ਸਾਡਾ ਫੇਸ ਕਿਸ ਤਰ੍ਹਾਂ ਦਾ, ਉਸ ਤਰ੍ਹਾਂ ਅਸੀਂ ਆਈਬਰੋ ਨੂੰ ਸ਼ੇਪ ਦੇਣੀ ਹੁੰਦੀ ਹੈ। ਤਾਂ ਆਈਬਰੋ ਕਰਨ ਤੋਂ ਬਾਅਦ ਉਸਨੂੰ ਸ਼ੇਪ ਦੇਣ ਤੋਂ ਬਾਅਦ ਤੁਸੀਂ ਉਸਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਹੁੰਦਾ ਹੈ। ਕਲੀਨ ਕਰਨ ਤੋਂ ਬਾਅਦ ਤੁਸੀਂ ਖੁਦ ਚੈੱਕ ਕਰੋ ਐਂਡ ਕਲਾਇੰਟ ਨੂੰ ਵੀ ਚੈੱਕ ਕਰੋ। ਜੇਕਰ ਤੁਹਾਨੂੰ ਲੱਗਦਾ ਤਾਂ ਉਸਨੂੰ ਪਹਿਲਾਂ ਹੀ ਮਤਲਬ ਕਵਰ ਕਰੋ। ਇਸ ਤੋਂ ਇਲਾਵਾ ਜਿਵੇਂ ਅਸੀਂ ਆਈਬਰੋ ਕਰਨ ਤੋਂ ਬਾਅਦ ਜਿਹੜਾ ਥਰੈਡ ਹੁੰਦਾ ਥਰੈਡਿੰਗ ਅਸੀਂ ਯੂਜ਼ ਕਰਦੇ ਹਾਂ। ਥਰੈਡਿੰਗ ਓਨਲੀ ਸਾਡੀ ਆਈਬਰੋ ਲਈ ਨਹੀਂ ਹੁੰਦੀ, ਇਸਨੂੰ ਅਸੀਂ ਅੱਪਰ ਲਿਪਸ, ਜਾ ਲਾਈਨ, ਚਿੰਨ ਲਈ ਵੀ ਯੂਜ਼ ਕਰਦੇ ਹਾਂ। ਐਟ ਲਾਸਟ 'ਤੇ ਜਦੋਂ ਵੀ ਤੁਸੀਂ ਆਈਬਰੋ ਕਰਦੇ ਹੋ ਤਾਂ ਤੁਸੀਂ ਕਰਨ ਤੋਂ ਬਾਅਦ ਤੁਸੀਂ ਕਲਾਇੰਟ ਦਾ ਜਿਹੜਾ ਫੇਸ ਹੈ ਉਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਜਾਂ ਸਪੰਜ ਨਾਲ ਵਾਸ਼ ਕਰੋ ਜਾਂ ਫੇਸ ਵਾਸ਼ ਵੀ ਕਰਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਕੋਈ ਵੀ ਮਾਇਸਚਰਾਈਜ਼ਰ, ਕਲੀਨਜ਼ਿੰਗ ਮਿਲਕ ਜਾਂ ਐਸਟ੍ਰਿੰਜੈਂਟ ਜਾਂ ਕੋਈ ਟੋਨਰ ਉਹਨਾਂ ਨੂੰ ਅਪਲਾਈ ਕਰ ਸਕਦੇ ਹੋ। ਨੈਕਸਟ ਹੈ ਸੇਫਟੀ ਪ੍ਰੀਕਾਸ਼ਨਸ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜਦੋਂ ਅਸੀਂ ਥਰੈਡਿੰਗ ਸਟਾਰਟ ਕਰਨੀ ਹੈ ਤਾਂ ਤੁਸੀਂ ਕਲਾਇੰਟ ਦੀ ਆਈਬਰੋ ਚੈੱਕ ਕਰੋ, ਕਿਉਂਕਿ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ। ਆਈਬਰੋ ਦੇ ਵਿੱਚ ਕੋਈ ਕੱਟ ਹੋ ਸਕਦਾ ਹੈ ਜਾਂ ਵਾਲ ਜ਼ਿਆਦਾ ਪਹਿਲਾਂ ਹੀ ਨਿਕਲੇ ਹੋ ਸਕਦੇ। ਤੁਸੀਂ ਇਸ ਚੀਜ਼ ਵੱਲ ਪੂਰਾ ਧਿਆਨ ਦੇਣਾ ਹੈ ਕਿ ਕਲਾਇੰਟ ਨੂੰ ਅਵੇਅਰ ਕਰਨਾ ਹੈ ਕਿ ਤੁਸੀਂ ਸਟਾਰਟ ਕਰਨ ਤੋਂ ਪਹਿਲਾਂ ਆਈਬਰੋ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਹੈ ਕਿ ਤੁਹਾਨੂੰ ਜੇ ਕੋਈ ਪ੍ਰੋਬਲਮ ਦਾ ਤਾਂ ਕਲਾਇੰਟ ਨਾਲ ਪਹਿਲਾਂ ਤੋਂ ਹੀ ਸ਼ੇਅਰ ਕਰੋ ਐਂਡ ਫਿਰ ਤੁਸੀਂ ਉਹਨੂੰ ਸਕਿਨ ਨੂੰ, ਆਈਬਰੋ ਨੂੰ ਚੰਗੀ ਤਰ੍ਹਾਂ ਕਲੀਨ ਕਰੋ ਐਂਡ ਡਰਾਈ ਕਰਨ ਲਈ ਟੈਲਕਮ ਪਾਊਡਰ ਯੂਜ਼ ਕਰੋ। ਯੂਜ਼ ਸਟੀਲਾਈਜ਼ ਟੂਲਸ, ਜਿਵੇਂ ਕਿ ਤੁਹਾਡੇ ਇਸ ਵਿੱਚ ਯੂਜ਼ ਕੀਤੇ ਜਾਣ ਵਾਲੇ ਸੀਜ਼ਰ ਜਾਂ ਤੁਸੀਂ ਟੀਵੀਜ਼ਿੰਗ ਵਗੈਰਾ ਯੂਜ਼ ਕਰ ਰਹੇ ਹੋ ਤਾਂ ਉਹਨੂੰ ਸਟੀਲਾਈਜ਼ ਕੀਤੇ ਹੋਣੇ ਜ਼ਰੂਰੀ ਨੇ। ਜਿਹੜਾ ਥਰੈਡ ਹੈ ਤੁਹਾਡਾ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ ਹੈ। ਥਰੈਡਿੰਗ ਕਰਦੇ ਸਮੇਂ ਜਿਹੜੀ ਸਕਿਨ ਹੈ ਤੁਹਾਡੀ ਚੰਗੀ ਤਰ੍ਹਾਂ ਟਾਈਟ ਹੋਣੀ ਚਾਹੀਦੀ ਹੈ। ਤੁਹਾਡਾ ਲੂਪ ਜ਼ਿਆਦਾ ਲੂਜ਼ ਜਾਂ ਜ਼ਿਆਦਾ ਟਾਈਟ ਨਹੀਂ ਹੋਣਾ ਚਾਹੀਦਾ। And after threading, clean the skin with cotton and check the eyebrow shaping. And finally clean the skin with cold water. ਜੇਕਰ ਤੁਸੀਂ ਚਾਹੋ ਤਾਂ ਠੰਡੇ ਪਾਣੀ ਨਾਲ ਬਾਅਦ 'ਚ ਵਾਸ਼ ਕਰ ਸਕਦੇ ਹੋ ਜਾਂ ਤੁਸੀਂ ਕਲਾਇੰਟ ਨੂੰ ਫੇਸ ਵਾਸ਼ ਕਰਨ ਲਈ ਵੀ ਕਹਿ ਸਕਦੇ ਹੋ। ਜੇਕਰ ਜ਼ਿਆਦਾ ਹੇਅਰ ਉਹਨਾਂ ਦੇ ਉੱਪਰ ਹੋਣ ਤਾਂ ਤੁਸੀਂ ਫੇਸ ਵਾਸ਼ ਵੀ ਕਰਾ ਸਕਦੇ ਹੋ। ਐਟ ਲਾਸਟ 'ਤੇ ਸਕਿਨ 'ਤੇ ਤੁਸੀਂ ਕੋਈ ਵੀ ਮਾਇਸਚਰਾਈਜ਼ਰ, ਅਸਟ੍ਰਿੰਜੈਂਟ, ਕਲੀਨਜ਼ਿੰਗ ਮਿਲਕ, ਕੋਈ ਟੋਨਰ ਅਪਲਾਈ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਹੈ। ਐਂਡ ਇੱਕ ਤੁਹਾਨੂੰ ਇਹ ਨੋਟ ਦੇਣਾ ਚਾਹੁੰਦੇ ਕਿ ਜੇਕਰ ਥਰੈਡਿੰਗ ਕਰਦੇ ਸਮੇਂ ਜੇਕਰ ਕਿਸੇ ਦੀ ਸਕਿਨ ਬਹੁਤ ਸੈਂਸਿਟਿਵ ਹੁੰਦੀ ਹੈ ਅਤੇ ਰੈਡਿਸ਼ ਹੋ ਜਾਂਦੀ ਹੈ ਤਾਂ ਇਸ ਲਈ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਇਸ ਤਰ੍ਹਾਂ ਇਸ ਦੇ ਲਈ ਤੁਸੀਂ ਬਹੁਤ ਜਿਹੜਾ ਸਿੰਪਲ ਤਰੀਕਾ ਹੈ, ਠੰਡੇ ਪਾਣੀ ਨਾਲ ਵਾਸ਼ ਕਰੋ ਜਾਂ ਤੁਸੀਂ ਆਈਸ ਦੀ ਮਸਾਜ ਹੈ ਜਿਹੜੀ ਆਪਣੇ ਕਲਾਇੰਟ ਦੀ ਜਾਂ ਆਈਬਰੋਜ਼ ਵਾਲੀ ਜਗ੍ਹਾ 'ਤੇ ਤੁਸੀਂ ਜਿੱਥੇ ਥਰੈਡਿੰਗ ਕੀਤੀ ਹੁੰਦੀ ਹੈ ਉਸ 'ਤੇ ਤੁਸੀਂ ਆਈਸ ਦੀ ਮਸਾਜ ਜਿਹੜੀ ਕਰ ਸਕਦੇ ਹੋ, ਜਿਸ ਨਾਲ ਕਿ ਤੁਹਾਡੀ ਰੈਡਿਸ਼ ਵੀ ਘੱਟ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਇਰੀਟੇਸ਼ਨ ਹੋਵੇ, ਇਨਫੈਕਸ਼ਨ ਹੋਵੇ ਜਾਂ ਕੁਛ ਵੀ ਹੋਵੇ ਇਸ ਤਰ੍ਹਾਂ ਦੀ ਜਿਹੜੀ ਸਕਿਨ ਪ੍ਰੋਬਲਮ ਹੈ ਉਹ ਤੁਹਾਡੀ ਬਹੁਤ ਜਲਦੀ ਦੂਰ ਹੋ ਜਾਂਦੀ ਹੈ। ਤਾਂ ਤੁਸੀਂ ਇਸ ਦੇ ਲਈ ਤੁਸੀਂ ਕਲਾਇੰਟ ਨੂੰ ਪ੍ਰੈਫਰ ਕਰ ਸਕਦੇ ਹੋ ਕਿ ਉਹ ਆਈਸ ਦੀ ਮਸਾਜ ਕਰੇ ਜਾਂ ਕੋਲਡ ਵਾਟਰ ਨਾਲ ਆਪਣਾ ਫੇਸ ਵਾਸ਼ ਕਰੇ। ਤਾਂ ਇਸ ਤੋਂ ਬਾਅਦ ਤੁਸੀਂ ਉਸ ਸਕਿਨ 'ਤੇ ਕਲੀਨਜ਼ਿੰਗ ਮਿਲਕ, ਟੋਨਰ ਜਾਂ ਅਸਟ੍ਰਿੰਜੈਂਟ ਕੁਛ ਵੀ ਅਪਲਾਈ ਕਰ ਸਕਦੇ ਹੋ ਜਾਂ ਕਲੀਨਜ਼ਿੰਗ ਮਿਲਕ ਦੀ ਮਸਾਜ ਜਾਂ ਕਿਸੇ ਵੀ ਮਾਇਸਚਰਾਈਜ਼ਰ ਨੂੰ ਅਪਲਾਈ ਕਰ ਸਕਦੇ ਹੋ। ਤਾਂ ਅਸੀਂ ਨੈਕਸਟ ਗੱਲ ਕਰ ਰਹੇ ਹਾਂ ਬੈਨੀਫਿਟਸ ਆਫ ਆਈਬਰੋ ਥਰੈਡਿੰਗ। ਇਸ ਦੇ ਵਿੱਚ ਜਿਵੇਂ ਕਿ ਇਹ ਜਿਹੜਾ ਇੱਕ ਸੇਫ ਐਂਡ ਹਾਈਜੈਨਿਕ ਮੈਥਡ ਹੈ ਸਾਡੀ ਆਈਬਰੋਜ਼ ਲਈ। ਜਿਵੇਂ ਕਿ ਤੁਹਾਨੂੰ ਪਤਾ ਕਿ ਜਿਹੜੀ ਸਾਡੀ ਸਕਿਨ ਹੁੰਦੀ ਹੈ, ਫੇਸ ਦੀ ਸਕਿਨ ਜ਼ਿਆਦਾਤਰ ਸਾਡੀ ਬੋਡੀ ਪਾਰਟ ਦੇ ਨਾਲੋਂ, ਸਾਡੀ ਸਾਰੀ ਬੋਡੀ ਦੇ ਨਾਲੋਂ ਸੈਂਸਿਟਿਵ ਏਰੀਆ ਸਾਡਾ ਜਿਹੜਾ ਫੇਸ ਹੈ ਸੈਂਸਿਟਿਵ ਹੁੰਦਾ ਹੈ। ਅਤੇ ਜਿਹੜੀ ਆਈਬਰੋ ਹੁੰਦੀ ਹੈ ਜਾਂ ਆਈਲੈਟ ਦੀ ਸਕਿਨ ਹੁੰਦੀ ਜਿਹੜਾ ਬਹੁਤ ਜ਼ਿਆਦਾ ਪਤਲੀ ਹੁੰਦੀ ਹੈ। ਤਾਂ ਇਸ ਦੇ ਲਈ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ ਧਿਆਨ ਦੇਣਾ ਪੈਂਦਾ ਹੈ। ਤਾਂ ਇਸ ਦੇ ਲਈ ਜਿਹੜਾ ਸਾਡਾ ਆਈਬਰੋ ਹੈ ਜਿਹੜਾ ਸੇਫ ਐਂਡ ਹਾਈਜੈਨਿਕ ਤਰੀਕਾ ਹੈ। ਇਸ ਤੋਂ ਬਿਨਾਂ ਇਸ ਦੇ ਵਿੱਚ ਕੋਈ ਜਿਹੜੇ ਜ਼ਿਆਦਾ ਟੂਲਸ ਸਾਡੀ ਸਕਿਨ ਨੂੰ ਟੱਚ ਨਹੀਂ ਕਰਦੇ, ਓਨਲੀ ਥਰੈਡ ਤੋਂ ਬਿਨਾਂ। ਨੋ ਯੂਜ਼ ਆਫ ਕੈਮੀਕਲ ਔਨ ਦਾ ਸਕਿਨ, ਲੈਸ ਐਕਸਪੈਂਸਿਵ ਐਂਡ ਲੈਸ ਪੇਨਫੁਲ। ਵਿੱਚ ਥੋੜ੍ਹੀ ਬਹੁਤੀ ਪੇਨ ਕੀ ਹੁੰਦੀ ਹੈ, ਜ਼ਿਆਦਾ ਨਹੀਂ ਹੁੰਦੀ। ਜਿਵੇਂ ਕਿ ਅਸੀਂ ਵੈਕਸਿੰਗ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲੋਂ ਜ਼ਿਆਦਾ ਉਹਦੇ ਨਾਲੋਂ ਘੱਟ ਜਿਹੜੀ ਪੇਨ ਹੈ ਸਾਡੀ ਥਰੈਡਿੰਗ ਦੇ ਵਿੱਚ ਹੁੰਦੀ ਹੈ। ਐਂਡ ਇਹਦੇ ਵਿੱਚ ਕੀ ਅਸੀਂ ਜਿਹੜੇ ਅਨਵਾਂਟਡ ਹੇਅਰ ਦੇ ਥਰੈਡਿੰਗ ਰਾਹੀਂ ਅਨਵਾਂਟਡ ਹੇਅਰਸ ਨੂੰ ਰਿਮੂਵ ਕਰਕੇ ਆਈਬਰੋ ਨੂੰ ਆਪਣੇ ਅਕੋਰਡਿੰਗ ਵਧੀਆ ਸ਼ੇਪ ਦੇ ਸਕਦੇ ਹਾਂ।
ਜਿਵੇਂ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਦੇ ਵਿੱਚ ਆਪਣੀ ਮਰਜ਼ੀ ਦੇ ਅਨੁਸਾਰ ਆਪਣੇ ਅਕੋਰਡਿੰਗ ਜਿਹੜੇ ਵਾਲ ਆ ਉਹ ਕੱਟ ਸਕਦੇ ਹਾਂ। ਆਈਬ੍ਰੋ ਥਰੈਡਿੰਗ ਰਿਮੂਵ ਵਨ ਕਲੀਨ ਲਾਈਨ ਆਫ ਹੇਅਰ ਐਟ ਆਲ ਐਟ ਵੰਸ। ਇਸ ਦੇ ਵਿੱਚ ਅਸੀਂ ਇੱਕ ਸਮੇਂ ਇੱਕ ਹੇਅਰ ਲਾਈਨ ਨੂੰ ਰਿਮੂਵ ਕਰ ਸਕਦੇ ਹਾਂ, ਮੇਕਿੰਗ ਇਟ ਮਚ ਕੁਇਕਰ ਐਂਡ ਈਜ਼ੀ ਟੂ ਸ਼ੇਪ ਦ ਆਈਬ੍ਰੋਜ਼। ਇਸ ਦੇ ਵਿੱਚ ਕਿਸ ਆਈਬ੍ਰੋਜ਼ ਨੂੰ ਸ਼ੇਪ ਦੇਣਾ ਬਹੁਤ ਸੌਖਾ ਹੁੰਦਾ ਹੈ। ਆਈਬ੍ਰੋ ਥਰੈਡਿੰਗ ਆਲਸੋ ਵਿਲ ਨਾਟ ਹਾਰਮ ਦਾ ਸਕਿਨ ਲਾਈਕ ਵੈਕਸ, ਕਿਉਂਕਿ ਜਿਵੇਂ ਕਿ ਸਾਡੀ ਵੈਕਸ ਦੇ ਵਿੱਚ ਸਾਨੂੰ ਇੰਨੀ ਪੇਨ ਹੁੰਦੀ ਹੈ ਤਾਂ ਉਸ ਦੇ ਨਾਲੋਂ ਘੱਟ ਪੇਨ ਸਾਨੂੰ ਥਰੈਡਿੰਗ ਦੇ ਵਿੱਚ ਫੀਲ ਹੁੰਦੀ ਹੈ। The skin will not be red or irritated for more than a few minutes. The eyebrow threading session ਜਿਹੜੀ ਇਹਦੇ ਵਿੱਚ ਰੈਡਿਸ਼ ਜਾਂ ਇਰੀਟੇਸ਼ਨ ਹੁੰਦੀ ਹੈ ਉਹ ਬਹੁਤ ਘੱਟ ਸਮੇਂ ਲਈ ਹੁੰਦੀ ਹੈ, ਤਾਂ ਜੋ ਕਿ ਬਾਅਦ 'ਚ ਨੋਰਮਲੀ ਹੋ ਜਾਂਦੀ ਹੈ। Does not produce in grow hair and hair does not grow as well as fast. ਇਸ ਦੇ ਵਿੱਚ ਕੀ ਹੈ, ਜਿਹੜੇ ਸਾਡੇ ਸਕਿਨ ਵਾਲ ਹੁੰਦੇ ਨੇ ਅਸੀਂ ਜੜ ਦੇ ਵਿੱਚੋਂ ਕੱਢ ਦਿੰਦੇ ਹਾਂ, ਜਿਹੜੇ ਕਿ ਸਾਡੇ ਆਉਣ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗਦਾ, ਬਾਕੀ ਸਾਡੀ ਜਿਹੜੀ ਨੈਚੁਰਲ ਗਰੋਥ 'ਤੇ ਵੀ ਡਿਪੈਂਡ ਕਰਦਾ ਹੈ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਤਰੀਕੇ ਨਾਲ ਸਮਝ ਆਇਆ ਹੋਣਾ, ਜਿਸ ਵਿੱਚ ਅਸੀਂ ਥਰੈਡਿੰਗ ਬਾਰੇ ਗੱਲ ਕੀਤੀ ਹੈ, ਤਾਂ ਤੁਹਾਨੂੰ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਇਹ ਵਧੀਆ ਤਰੀਕੇ ਨਾਲ ਸਮਝ ਆਇਆ ਹੋਊਗਾ। ਤੁਸੀਂ ਇਸ ਪ੍ਰੋਸੈਸ ਨੂੰ, ਇਸ ਦੇ ਬਾਰੇ ਜੋ ਵੀ ਹੈ ਵਧੀਆ ਤਰੀਕੇ ਨਾਲ ਸਮਝਿਆ ਹੋ। ਥੈਂਕ ਯੂ।